हाँ जी, हाँ जी। सब तो पहला बहुत बहुत धन्यवाद सारा इलैक्ट्रॉनिक मीडिया, प्रिंट मीडिया, सारे सारे दोस्त सारे सोशल मीडिया तो जिन्हें भी प्लेटफॉर्म पे लाइव जा रहे हैं या वीडियो बन रही है, मैं ਤੁਹਾਡਾ स्वागत करदा ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ। ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਇੱਕ ਬਹੁਤ ਹੀ ਗੰਭੀਰ ਵਿਸ਼ੇ ਤੇ ਅਸੀਂ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਕਰ ਰਹੇ ਹਾਂ। ਸਾਡਾ ਫਰਜ਼ ਕਰਦਾ ਹੈ ਜਿਹੜੀ ਕੈਬਨਿਟ ਮੀਟਿੰਗ ਹੋਈ ਸੀਗੀ ਪਰਸੋਂ, ਉਹਦੇ ਵਿੱਚ ਬਾਹਰ ਆ ਕੇ ਤਾਂ ਸਿਰਫ ਇਹੀ ਦੱਸਿਆ ਗਿਆ ਕਿ ਮਾਫੀ ਮੰਗ ਲਈ ਗਈ ਹੈ, ਬਲਕਿ 3 ਵਾਰ ਮਾਫੀ ਮੰਗ ਲਈ ਗਈ ਹੈ। ਤੇ ਪਰ ਜਿਹੜੀਆਂ ਉਹਦੇ ਵਿੱਚ ਹਿਡਨ ਫੈਸਲੇ ਜਾਂ ਚਰਚਾਵਾਂ ਹੋਈਆਂ ਨੇ ਉਹ ਬਹੁਤ ਗੰਭੀਰ ਨੇ ਤੇ ਪੰਜਾਬ ਲਈ ਬਹੁਤ ਖਤਰਨਾਕ। ਉਹਨਾਂ 'ਚੋਂ ਇੱਕ ਹੈਗੀ ਹੈ ਕਿ ਜਿਹੜਾ ਇਹ ਬੋਰੋ ਲਿਮਿਟ ਵਧਾਉਣ ਵਾਸਤੇ ਉਧਾਰ ਲੈਣ ਦੀ ਸਮਰੱਥਾ ਪੰਜਾਬ ਦੀ, ਉਹ 'ਚ ਹੈਗਾ ਜਿਹੜਾ ਰੂਲ ਹੈ, ਰੂਲ ਮੁਤਾਬਕ 3% GSDP ਕ੍ਰਾਸ ਸਟੇਟ ਡੋਮੈਸਟਿਕ ਪ੍ਰੋਡਕਟ, ਉਹਦਾ 3% ਤੁਸੀਂ ਉਧਾਰ ਲੈ ਸਕਦੇ ਹੋ। ਜਿਹੜਾ ਪੰਜਾਬ ਦਾ 5,40,000 ਕਰੋੜ ਹੈ, ਉਹਦਾ 3% 18,000 ਕਰੋੜ ਬਣਦਾ ਹੈ। 18,000 ਕਰੋੜ ਰੁਪਏ ਉਧਾਰ ਲੈ ਸਕਦੇ। ਪਰ ਇਹਨਾਂ ਨੇ ਸੈਂਟਰ ਨੇ ਵੀ ਇੱਕ ਸ਼ਰਤ ਰੱਖੀ ਹੈ ਕਿ ਜੇ ਤੁਸੀਂ ਇਹਨੂੰ ਵਧਾਉਣਾ ਹੈ, 2% ਵਧਾਉਣਾ ਹੈ, ਇਹਨੂੰ 5% ਕਰਨਾ ਹੈ ਤਾਂ ਕੁਝ ਸਾਡੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਇਹ ਵਿਧਾਨ ਸਭਾ 'ਚ ਪਿਛਲੀ ਵਾਰ ਇਹ ਲੈ ਕੇ ਆਏ ਸੀਗੇ, ਉਦੋਂ ਵੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ 'ਚ ਵਿਰੋਧ ਕੀਤਾ ਸੀ। ਪ੍ਰਿੰਸੀਪਲ ਦਾ ਇਹ ਬੋਲੇ ਸੀਗੇ ਕਿ ਤੁਸੀਂ ਇਹ ਗਲਤ ਕਰ ਰਹੇ ਹੋ, ਇਹ ਲੋਕਾਂ ਨਾਲ ਧੋਖਾ ਕਰ ਰਹੇ। ਇਹਨਾਂ ਨੇ ਹੁਣ ਕੀ ਕੀਤਾ ਹੈ ਕਿ ਜਿਹੜੀ ਪਰਸੋਂ ਕੈਬਨਿਟ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਇਸ ਵਿਸ਼ੇ ਤੇ ਚਰਚਾ ਕੀਤੀ ਹੈ। ਜੇ ਕੈਬਨਿਟ ਦੇ ਵਿੱਚ ਚਰਚਾ ਹੋ ਗਈ, ਲਗਭਗ ਹਾਂ ਹੀ ਹੁੰਦੀ ਹੈ ਉਹ। ਸੋ ਇਹ ਕੀ ਕਰਨਗੇ, 12,000 ਕਰੋੜ ਰੁਪਈਆ ਵੱਧ ਮਿਲ ਜੂਗਾ ਇਹਨਾਂ ਨੂੰ ਉਧਾਰ, ਯਾਨੀ ਕਿ 18,000 ਦੀ ਬਜਾਏ 30,000 ਕਰੋੜ ਦਾ ਹੋਊਗਾ। ਪਰ ਉਹਦੇ ਜਿਹੜੇ ਖੇਤੀ ਦੇ ਟਿਊਬਵੈੱਲਾਂ ਦੇ ਉਹਨਾਂ ਦੇ ਮੀਟਰ ਲਾ ਦਿੱਤੇ ਜਾਣਗੇ ਤੇ ਉਹਨਾਂ ਨੂੰ DBT ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਰਾਂਗੇ ਅਸੀਂ, ਮਤਲਬ ਪੈਸੇ ਤੁਹਾਨੂੰ ਦੇ ਦਾਂਗੇ ਬਿੱਲ ਭਰ। ਇਨਡਾਇਰੈਕਟਲੀ ਇਹ ਕਿਸਾਨਾਂ ਦਾ ਗਲ ਘੋਟਣਾ, ਕਿਸਾਨਾਂ ਨੂੰ ਗਹਿਣੇ ਰੱਖ ਕੇ ਉਧਾਰ ਲੈਣਾ, ਕਿਉਂਕਿ ਹੋਰ ਕੁਝ ਤਾਂ ਗਹਿਣੇ ਰੱਖਣ ਲਈ ਪੰਜਾਬ ਕੋਲੇ ਬਚਿਆ ਨਹੀਂ। ਅੱਧ ਬਚਾ 2 ਵੇਚ ਗਏ ਸੀਗੇ ਅਕਾਲੀ ਦਲ ਵਾਲੇ, ਬਾਕੀ ਇਹਨਾਂ ਨੇ ਵੇਚਤੀਆਂ ਸਰਕਾਰੀ ਜਿਹੜੀਆਂ, ਚਾਹੇ ਉਹ ਨਹਿਰਾਂ ਦੇ ਜਿਹੜੇ ਵਿਸ਼ਰਾਮ ਘਰ ਨੇ ਉਹ, ਚਾਹੇ ਉਹ ਹੋਰ ਸਰਕਾਰੀ ਪ੍ਰਾਪਰਟੀਆਂ। ਹੁਣ ਤਾਂ ਸ਼ਾਮਲਾਟਾਂ 'ਤੇ ਵੀ ਆਖਿਆ ਹੈ, ਪੰਚਾਇਤਾਂ ਦੀਆਂ ਜ਼ਮੀਨਾਂ ਵੇਚਣ ਨੂੰ ਵਾਸਤੇ ਆਰਡੀਨੈਂਸ ਆਉਂਦੇ ਰਹਿੰਦੇ ਨੇ ਤੇ ਅਸੀਂ ਵਿਰੋਧ ਵੀ ਕਰਦੇ ਰਹੇ ਹਾਂ। ਪਿਛਲੇ ਦਿਨੀ ਜਾ ਕੇ ਵੀ ਆਏ ਨੇ, ਰਾਜਪੁਰੇ ਕੋਲੇ ਸੇਰਾ ਸੇਰੀ ਪਿੰਡ ਹੈ। ਸੋ ਪਾਣੀ ਤੇ ਸੈਸ ਦੀ ਵਸੂਲੀ ਵਾਸਤੇ ਉਹਨਾਂ ਨੇ ਜ਼ੋਰ ਪਾਇਆ ਸੈਂਟਰ ਨੇ। ਤੇ ਐਜ਼ ਯੂਜੂਅਲ ਜਿਵੇਂ ਹੁੰਦਾ, ਮੈਂ ਪਹਿਲਾਂ ਵਾਲੀ ਪ੍ਰੈਸ ਕਾਨਫਰੰਸ ਵੀ ਕਿਹਾ ਸੀ ਕਿ ਭਗਵਾਕਰਨ ਹੋ ਚੁੱਕਿਆ ਕੈਪਟਨ ਸਾਹਿਬ ਦਾ। ਕੈਪਟਨ ਸਾਹਿਬ ਨੇ ਉਹਦੇ ਵਾਸਤੇ ਵੀ ਹਾਮੀ ਭਰਤੀ। ਉਹ ਸਾਰੀਆਂ ਸ਼ਰਤਾਂ ਬੜੀ ਆਸਾਨੀ ਨਾਲ ਮਨਵਾ ਲੈਂਦੇ ਆ ਪੰਜਾਬ ਤੋਂ। ਕਦੇ ਵੀ ਕੈਪਟਨ ਸਾਹਿਬ ਨੇ ਵਿਰੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਪੰਜਾਬ ਦਾ ਪੱਖ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਉਹੀ ਕੈਪਟਨ ਸਾਹਿਬ ਨੇ ਜਿਨ੍ਹਾਂ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ, ਤੇ ਅੱਜ ਉਹ ਪਾਣੀਆਂ ਤੇ ਸੈਸ ਦੀ ਵਸੂਲੀ ਵਾਸਤੇ ਵੀ ਕੇਂਦਰ ਨਾਲ ਹਾਂ 'ਚ ਹਾਂ ਮਿਲਾ ਰਹੇ ਨੇ। ਸੁਖਬੀਰ ਬਾਦਲ ਜੀ ਕਿਹੜੇ ਨੈਤਿਕ ਅਧਿਕਾਰ ਨਾਲ ਵਿਰੋਧ ਕਰ ਰਹੇ ਨੇ ਅਕਾਲੀ ਦਲ ਕਿ ਅਸੀਂ ਬਿਜਲੀ ਦੇ ਮੀਟਰ ਲਾਉਣ ਦਾ ਵਿਰੋਧ ਕਰਾਂਗੇ ਖੇਤਾਂ ਦੇ ਵਿੱਚ ਜਿਹੜੇ ਟਿਊਬਵੈੱਲਾਂ 'ਤੇ ਲੱਗਣਗੇ, ਜਦ ਕਿ ਇਹ ਸ਼ਰਤ ਸੈਂਟਰ ਸਰਕਾਰ ਦੀ ਹੈ। BJP ਤੇ ਅਕਾਲੀ ਦਲ ਦੀ ਭਾਈਵਾਲੀ ਦੀ ਜਿਹੜੀ ਸਰਕਾਰ ਹੈ ਦਿੱਲੀ 'ਚ, ਉਹਦੀ ਕੈਬਨਿਟ ਦੇ ਵਿੱਚ ਹੋਇਆ ਫੈਸਲਾ ਪੰਜਾਬ ਦੀ ਕੈਬਨਿਟ ਮੰਨਣ ਨੂੰ ਤਿਆਰ ਹੈ। ਤਾਂ ਉਨੇ ਹੀ ਫਿਰ ਸੁਖਬੀਰ ਬਾਦਲ ਕਿਉਂਕਿ ਪਾਰਟੀ ਦੇ ਪ੍ਰਧਾਨ, ਉਨੀ ਅਕਾਲੀ ਦਲ ਵੀ ਜ਼ਿੰਮੇਵਾਰ ਹੈ, ਹਰਸਿਮਰਤ ਕੌਰ ਵੀ ਉਨੀ ਜ਼ਿੰਮੇਵਾਰ ਹੈ ਜਿੰਨਾ ਕੈਪਟਨ ਸਾਹਿਬ ਨੇ। ਮੈਂ ਸਾਡੇ ਜਿਹੜੇ ਮੰਤਰੀ ਨੇ ਪੰਜਾਬ ਤੋਂ, 2 ਤਾਂ ਮੰਤਰੀ ਨੇ, ਸੋਮ ਪ੍ਰਕਾਸ਼ ਜੀ ਤੇ ਹਰਸਿਮਰਤ ਕੌਰ ਬਾਦਲ ਜੀ, ਪੰਜਾਬ ਤੋਂ ਲੜ ਕੇ ਅੰਮ੍ਰਿਤਸਰ ਤੋਂ ਹਾਰੇ ਨੇ, ਪਰ ਫਿਰ ਵੀ ਪੰਜਾਬੀ ਨੇ। ਹਰਦੀਪ, ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦਾ ਕਿ ਉਹ ਆਪਣਾ ਸਟੈਂਡ ਸਪਸ਼ਟ ਕਰਨ ਕਿ ਉਹ ਇਸ ਮਾਮਲੇ 'ਚ ਇਸ ਸ਼ਰਤ ਨੂੰ ਮੰਨਣ ਤੇ ਕੇਂਦਰ ਦਾ ਸਾਥ ਦੇਣਗੇ ਜਾਂ ਕਿਸਾਨਾਂ ਦਾ ਸਾਥ ਦੇਣਗੇ। ਇਹ ਪਾਣੀ ਬਚਾਓ ਪੈਸੇ ਕਮਾਓ ਨਾਂ ਦੀ ਇੱਕ ਸਕੀਮ ਇਹਨਾਂ ਨੇ ਪਹਿਲਾਂ ਲਿਆਂਦੀ ਸੀ। ਇਹ ਅਸਲ ਦੇ ਵਿੱਚ ਮੈਨੂੰ ਇਹ ਦੱਸੋ, ਜਿਹੜੀ ਸਰਕਾਰ 3.5 ਸਾਲਾਂ 'ਚ ਇੱਕ ਸਿੰਗਲ ਵਾਅਦਾ ਪੂਰਾ ਨਹੀਂ ਕਰ ਸਕੀ, ਉਹਦੇ ਲੋਕ ਕਿਵੇਂ ਯਕੀਨ ਕਰਨਗੇ ਕਿ ਸਾਨੂੰ ਬਿੱਲ ਦੇ ਪੈਸੇ ਦੇ ਦੇਣਗੇ ਸਾਡੇ ਖਾਤਿਆਂ 'ਚ? ਭਾਵੇਂ ਉਹ ਘਰ ਨੌਕਰੀ ਦੇਣ ਦਾ ਵਾਅਦਾ ਹੋਵੇ, ਭਾਵੇਂ ਉਹ ਕਰਜ਼ਾ ਮਾਫੀ ਦਾ ਹੋਵੇ, ਭਾਵੇਂ ਉਹ 5 ਮਰਲਿਆਂ ਦੇ ਪਲਾਟ, ਭਾਵੇਂ 2500 ਰੁਪਏ ਬੁਢਾਪਾ ਪੈਨਸ਼ਨ, ਭਾਵੇਂ ਉਹ ਸਮਾਰਟਫੋਨ ਹੋ, ਇੱਕ ਸਿੰਗਲ ਵਾਅਦਾ ਪੂਰਾ ਨਹੀਂ ਕੀਤਾ ਤਾਂ ਲੋਕਾਂ ਦਾ ਯਕੀਨ, ਪੰਜਾਬ ਦੇ ਲੋਕਾਂ ਦਾ
ਪਹਿਲਾਂ ਹੀ ਟੁੱਟ ਚੁੱਕਿਆ, ਉਮੀਦਾਂ ਟੁੱਟ ਚੁੱਕੀਆਂ ਨੇ ਇਸ ਸਰਕਾਰ ਤੋਂ, ਤਾਂ ਕਿਵੇਂ ਲੋਕ ਯਕੀਨ ਕਰਨ ਕਿ ਉਹਨਾਂ ਨੂੰ ਡੀਬੀਟੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋ ਜੂਗੀ, ਉਹਨਾਂ ਨੂੰ ਬਿਜਲੀ ਦੇ ਬਿੱਲ ਜਿਹੜੇ ਨੇ। ਅੱਛਾ, ਬਿਜਲੀ ਦੇ ਬਿੱਲਾਂ ਦੇਣ ਦਾ ਕ੍ਰਾਈਟੇਰੀਆ ਕੀ ਰੱਖਣਗੇ? ਥੋੜ੍ਹੀ ਜਿਹੀ ਗੜੇਮਾਰੀ ਹੋ ਜੇ, ਉੱਥੇ ਗਰਦੌਰੀ ਹੁੰਦੀ ਹੈ ਤਾਂ ਜਿਹੜਾ ਮੁਆਵਜ਼ਾ ਹੈ ਉਹ ਲੈਂਡਲੋਰਡ ਨੂੰ ਮਿਲਦਾ ਫਰਦ ਮੁਤਾਬਕ ਜਿਹਦੇ ਨਾਂ 'ਤੇ ਜ਼ਮੀਨ ਹੈ। ਜਿਹੜਾ ਉੱਥੇ ਠੇਕੇ 'ਤੇ ਲੈ ਕੇ ਖੇਤੀ ਕਰਦਾ ਉਹਨੂੰ ਨਹੀਂ ਮਿਲਦਾ। ਕਈ ਜਿਹੜੇ ਚੰਗੇ ਹੈਗੇ ਨੇ ਜ਼ਮੀਨਾਂ ਦੇ ਮਾਲਕ, ਉਹ ਦੇ ਵੀ ਦਿੰਦੇ ਆਪਣੇ ਠੇਕੇ ਦੇ ਵਿੱਚ, ਪਰ ਬਹੁਤੇ ਜਗ੍ਹਾ 'ਤੇ ਕਰਾਈਆਂ ਬਿਲਕੁਲ ਇਸ ਤਰ੍ਹਾਂ ਫਿਰ ਟਿਊਬਵੈੱਲਾਂ ਦੇ ਕਨੈਕਸ਼ਨਾਂ ਦਾ ਹੋਊਗਾ। ਜੇ ਤੁਸੀਂ ਬਿੱਲ ਨਹੀਂ ਭਰੋਗੇ, ਕਨੈਕਸ਼ਨ ਕੱਟਿਆ ਜਾਊ, ਤੁਹਾਨੂੰ ਡਿਫਾਲਟਰ ਦੀ ਲਿਸਟ 'ਚ ਪਾਉਣਗੇ। ਪਹਿਲਾਂ ਹੀ ਇਹ ਖੇਤੀ ਨੂੰ ਫ੍ਰੀ ਮਾਰਕੀਟ ਦੇ ਵਿੱਚ ਵੱਡੇ ਪਲੇਅਰਾਂ ਨੂੰ ਲੈ ਕੇ ਆ ਕੇ MSP ਖਤਮ ਕਰ ਦੀ, ਪਿਛਲੀ ਪ੍ਰੈਸ ਕਾਨਫਰੰਸ ਗੱਲ ਕੀਤੀ ਸੀ। ਪਹਿਲਾਂ ਹੀ ਖੇਤੀ ਨੂੰ ਜਿਹੜਾ ਉਹ ਖਤਮ ਕਰਨ ਦੀਆਂ, ਜਾਂ ਪੰਜਾਬ 'ਚ ਇੱਕ ਇਕੱਲੀ ਖੇਤੀ ਰਹਿ ਗਈ ਜਿਹੜੀ ਥੋੜ੍ਹਾ ਬਹੁਤ, ਹਾਲਾਂਕਿ ਕਿਸਾਨ ਪੰਜਾਬ ਦਾ ਕਰਜਾਈ ਹੈ ਅਤੇ ਖੁਦਕੁਸ਼ੀ ਨੇ ਖਬਰਾਂ ਤੁਹਾਡੇ ਕੈਮਰੇ ਰਾਹੀਂ, ਤੁਹਾਡੇ ਇਹਨਾਂ ਮਾਈਕਾਂ ਰਾਹੀਂ ਅਸੀਂ ਸੁਣਦੇ ਹਾਂ ਉਹਨਾਂ ਖਬਰਾਂ ਨੂੰ, ਅਤੇ ਦੁੱਖ ਵੀ ਹੁੰਦਾ ਬਹੁਤ ਸਾਰੇ ਜਗ੍ਹਾ 'ਤੇ ਜਾਂਦੇ ਵੀ ਅਸੀਂ। ਕਿਸਾਨੀ ਦੀ ਜਿਹੜੀ ਸੰਘੀ ਉਹ ਕੇਂਦਰ ਦੇ ਹੱਥ 'ਚ ਦੇਣ ਦੀ ਤਿਆਰੀ ਹੈ ਅਤੇ ਦੇ ਦਿੱਤੀ ਜਾਊਗੀ ਜਲਦੀ। ਪਰ ਆਮ ਆਦਮੀ ਪਾਰਟੀ ਕਿਉਂਕਿ ਮੁੱਖ ਵਿਰੋਧੀ ਪਾਰਟੀ ਹੈ, ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ। ਅਸੀਂ ਵਿਰੋਧ ਕਰਾਂਗੇ ਜਿਸ ਲੈਵਲ 'ਤੇ ਵੀ ਸਾਨੂੰ ਵਿਰੋਧ ਕਰਨਾ ਪਵੇ। ਆਲਰੇਡੀ ਅਸੀਂ ਸਾਰੇ ਮੁਲਕ ਤੋਂ ਮਹਿੰਗੀ ਬਿਜਲੀ ਖਰੀਦ ਰਹੇ ਹਾਂ। ਤੁਹਾਡੇ ਘਰਾਂ ਦੇ ਵੀ ਬਿੱਲ ਜਿਹੜੇ ਆਉਂਦੇ ਨੇ, ਪੰਜਾਬ ਨਾਲ ਰਿਲੇਟਡ ਜਿੰਨੇ ਵੀ ਪੱਤਰਕਾਰ ਨੇ, ਸਾਰੇ ਮੁਲਕ ਤੋਂ ਮਹਿੰਗੀ ਘਰੇਲੂ ਬਿਜਲੀ ਜਿਹੜੀ ਆ ਉਹ ਸਾਡੇ ਕੋਲ ਹੈ। ਇਹੋ ਜਿਹੇ ਐਗਰੀਮੈਂਟ ਹੋਏ ਨੇ ਕਿ ਸਾਨੂੰ ਖੜੇ ਥਰਮਲ ਪਲਾਂਟਾਂ ਦੇ ਵੀ ਪੈਸੇ ਦੇਣੇ ਪੈਂਦੇ ਨੇ। ਇਹਦੀ ਜਿਹੜੀ ਜ਼ਿਕਰ ਹੈ, ਇਹਦਾ ਜ਼ਿਕਰ ਹੈ ਉਹ ਦਿੱਲੀ ਇਲੈਕਸ਼ਨ 'ਚ ਹੋਇਆ ਸੀਗਾ ਮਹਿੰਗੀ ਬਿਜਲੀ ਦਾ, ਜਦੋਂ ਕੈਪਟਨ ਸਾਹਿਬ ਕੰਪੇਨ ਕਰਨ ਗਏ ਸੀ 3 ਦਿਨ ਲਈ। ਜਦੋਂ ਉੱਥੇ ਲੋਕਾਂ ਨੇ, ਦਿੱਲੀ ਦੇ ਲੋਕਾਂ ਨੇ ਸਵਾਲ ਕੀਤੇ ਕਿ ਤੁਸੀਂ ਬਿਜਲੀ ਕੀ ਭਾਅ ਦਿੰਦੇ ਹੋ ਅਤੇ ਕੇਜਰੀਵਾਲ ਸਾਨੂੰ ਇੰਨੇ ਆਹ ਭਾਅ ਦੇ ਰਿਹਾ, ਤਾਂ ਕੈਪਟਨ ਸਾਹਿਬ ਨੂੰ ਸਾਰਾ ਕੁਝ ਆਪਣਾ ਪ੍ਰੋਗਰਾਮ ਬਾਈਂਡ ਅਪ ਕਰਕੇ 1 ਦਿਨ 'ਚ ਵਾਪਸ ਆਉਣਾ ਪੈ ਗਿਆ ਸੀ, ਨਾਮੋਸ਼ੀ ਉਹਨਾਂ ਨੂੰ ਹੋਈ ਸੀ। ਸੋ ਇੱਕ ਪਾਸੇ ਤਾਂ ਤੁਸੀਂ ਸਾਰੇ ਮੁਲਕ ਤੋਂ ਮਹਿੰਗੀ ਬਿਜਲੀ ਦੇ ਰਹੇ ਹੋ ਸਾਨੂੰ, ਅਤੇ ਫਿਰ ਜਿਹੜਾ ਸੁਪਰੀਮ ਕੋਰਟ ਨੇ ਥਰਮਲ ਪਲਾਂਟਾਂ ਨੂੰ ਕਿਹਾ ਸੀਗਾ ਕਿ ਤੁਸੀਂ ਪ੍ਰਦੂਸ਼ਣ ਕੰਟਰੋਲ ਦਾ ਜਿਹੜਾ ਇਕਵਿਪਮੈਂਟ ਹੈ, ਉਹ ਯੰਤਰ ਜਿਹੜਾ ਤੁਸੀਂ ਲਾਓ, ਤੁਸੀਂ ਨਹੀਂ ਲਾਇਆ, ਇਸ ਕਰਕੇ ਤੁਹਾਨੂੰ 18 ਲੱਖ ਲਗਭਗ 18 ਲੱਖ ਰੁਪਏ ਪਰ ਮੰਥ ਦਾ ਜੁਰਮਾਨਾ ਪਾਇਆ। ਹੁਣ ਪੰਜਾਬ ਸਰਕਾਰ ਵੱਲੋਂ ਤਿਆਰੀ ਹੈ ਕਿ ਉਹ ਜੁਰਮਾਨੇ ਦੀ ਪੈਸਾ ਵੀ ਜਿਹੜਾ ਥਰਮਲ ਪਲਾਂਟ ਨੂੰ ਹੋਇਆ, ਅਤੇ ਜਿਹੜਾ ਉਹ ਮਹਿੰਗਾ ਇਕਵਿਪਮੈਂਟ ਹੈ, ਉਹ ਜਿਹੜਾ ਪ੍ਰਦੂਸ਼ਣ ਕੰਟਰੋਲ ਕਰਨ ਵਾਲਾ, ਉਹਦਾ ਵੀ ਸਾਰਾ ਪੈਸਾ, ਸਾਰੀ ਕੀਮਤ ਖਪਤਕਾਰਾਂ ਤੋਂ ਵਸੂਲੀ ਜਾਊਗੀ। ਇਸ ਮੌਕੇ ਤੇ ਪੰਜਾਬ ਦੇ ਲੋਕ ਜਦੋਂ ਉਮੀਦ ਕਰਦੇ ਕਿ ਪੰਜਾਬ ਸਰਕਾਰ ਸਾਡੇ ਨਾਲ ਖੜੂਗੀ, ਉਸ ਮੌਕੇ ਤੇ ਲੋਕਾਂ ਦੀ ਬਾਂਹ ਮਰੋੜੀ ਜਾ ਰਹੀ ਹੈ। ਐਵਰੇਜ ਬਿੱਲ ਪਾ ਕੇ ਭੇਜਦੇ ਪਿਛਲੇ 2 ਮਹੀਨੇ ਦੇ, ਜਦ ਕਿ ਅਪ੍ਰੈਲ ਮਈ ਜਿਹੜੀ ਪਿਛਲੇ ਸਾਲ ਦੀ 19 ਦੀ ਸੀ, ਉਹਦਾ ਤੇ ਇਸ ਅਪ੍ਰੈਲ ਦਾ ਮਈ ਦਾ ਲੋਕਾਂ ਦੀ ਇਨਕਮ 'ਚ ਦਿਨ ਰਾਤ ਦਾ ਫਰਕ ਪੈ ਗਿਆ। EMIਆਂ ਆ ਰਹੀਆਂ ਨੇ, ਲੋਕਾਂ ਦੇ ਕਾਰੋਬਾਰ ਬੰਦ ਹੋ ਗਏ, ਪਰ ਤੁਸੀਂ ਕਦੇ ਕੋਵਿਡ ਦੇ ਬਹਾਨੇ, ਕਦੇ ਕਿਸੇ ਬਹਾਨੇ, ਇਹ ਹੁਣ ਖੇਤੀ ਦੀ ਜਿਹੜੀ ਹੈ, ਆ ਜਿਹੜੀ ਬਿਜਲੀ ਜਿਹੜੀ ਖੇਤਾਂ ਵਾਸਤੇ ਹੈ, ਉਹਦੀ ਵੀ ਹੁਣ ਸੈਂਟਰ ਮੁਤਾਬਕ ਉਹਦਾ ਸਾਰਾ ਜਿਹੜਾ ਇਲੈਕਟ੍ਰੀਸਿਟੀ ਅਮੈਂਡਮੈਂਟ ਤੇ ਲੈ 2020, ਉਹ ਸਾਰਾ ਕੁਝ ਜਿਹੜਾ ਸਟੇਟਾਂ ਤਾਂ ਪਹਿਲਾਂ ਹੀ ਉਹਨਾਂ ਨੇ ਹੱਥ ਵੱਢੇ ਹੋਏ ਨੇ, ਹੁਣ ਹੋਰ ਵੀ ਹੱਥ ਵੱਢ ਕੇ ਜਿਹੜੇ ਦੇ ਰਹੇ ਨੇ। ਸੋ ਇਹਦੀ ਅਸੀਂ ਵਿਰੋਧਤਾ ਕਰਾਂਗੇ। ਬਾਕੀ ਜਿਹੜਾ ਖੇਤੀ ਨਾਲ ਹੀ ਸੰਬੰਧਿਤ ਹੈ, ਜਿਹੜਾ ਬੀਜਾਂ ਦਾ ਘੁਟਾਲਾ ਹੋਇਆ, ਬੀਜਾਂ ਦਾ ਘੁਟਾਲਾ ਜਿਹੜਾ ਸਾਹਮਣੇ ਆਇਆ, ਉਹਦੇ 'ਚ ਮੰਤਰੀ ਜਿਹੜੇ ਸੁਖਿੰਦਰ ਰੰਧਾਵਾ ਹੋਰਾਂ ਦਾ ਨਾਮ ਆ ਰਿਹਾ ਬਹੁਤ ਸਾਰਾ, ਅਤੇ ਕਿਵੇਂ ਨਕਲੀ ਜਿਹੜੇ ਬੀਜ ਨੇ ਉਹਨਾਂ ਦਾ ਜਿਹੜਾ FIR ਹੋਈ ਹੈ, ਪਰ ਹਜੇ ਗ੍ਰਿਫਤਾਰੀ ਨਹੀਂ ਹੋਈ। ਅਕਾਲੀ ਦਲ ਉਹਦਾ ਵਿਰੋਧ ਕਰ ਰਿਹਾ। ਫੇਰ ਇੱਕ ਹਾਸੋ ਨਹੀਂ ਗੱਲ ਹੈ ਕਿ DCਆਂ ਨੂੰ ਮੰਗ ਪੱਤਰ ਦੇ ਕੇ ਆਏ ਨੇ, ਤਾਂ ਤੋਤਾ ਸਿੰਘ ਕਿਉਂ ਨਹੀਂ ਗਏ ਜੀ ਮੰਗ ਪੱਤਰ ਦੇ? ਮੌਕੇ DC ਹੈ ਨਹੀਂ ਜਾਂ ਮੌਕੇ ਅਕਾਲੀ ਦਲ ਹੈ ਨਹੀਂ? ਜੇ ਅਕਾਲੀ ਦਲ ਨੇ ਵਿਰੋਧ ਕਰਨਾ ਹੈ ਬੀਜਾਂ ਦੇ ਘੁਟਾਲਿਆਂ ਦਾ, ਖੇਤੀ ਦੇ ਸੰਬੰਧਿਤ ਘੁਟਾਲਿਆਂ ਦਾ, ਤਾਂ ਮੇਰੇ ਖਿਆਲ 'ਚ ਉਹਨਾਂ ਨੂੰ ਤੋਤਾ ਸਿੰਘ ਦੀ ਚੇਅਰਮੈਨੀ ਦੇ ਅੰਦਰ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ, ਜਿਹਦੇ ਵਿੱਚ ਮਲੂਕਾ ਸਾਹਿਬ ਵੀ ਹੋਣ, ਮੰਗਲ ਸੰਧੂ ਹੋਵੇ, ਗੁਰਵਿੰਦਰ ਭਾਪਾ ਹੋਵੇ ਅਤੇ ਆਦੇਸ਼ ਪ੍ਰਤਾਪ ਜੀ ਹੋਣ, ਕਿਉਂਕਿ ਇਹਨਾਂ ਨੂੰ ਖੇਤੀ ਨਾਲ ਸੰਬੰਧਿਤ ਘੁਟਾਲੇ ਕਰਨ ਦਾ ਤਜਰਬਾ ਹੈ। ਇਹ ਜ਼ਿਆਦਾ ਵਧੀਆ ਕੱਢ ਸਕਦੇ ਨੇ ਵੀ ਦੇਖੋ ਅਸੀਂ ਐਂ ਕਰਦੇ, ਤੁਸੀਂ ਐਂ ਕੀਤਾ, ਠੀਕ ਹੈ ਨਾ। ਕਿਉਂਕਿ 27 ਅਪ੍ਰੈਲ 2015 ਨੂੰ ਜਿਹੜੀ ਸਕਾਰਪੀਓ ਮੋਗੇ ਨੂੰ ਜਾਂਦੀ ਫੜੀ ਗਈ ਸੀ ਬਾਜੇਖਾਨੇ ਦੇ ਨੇੜੇ, ਕੋਟਪੁਰੇ ਦੇ ਬਾਜੇਖਾਨੇ ਵਿੱਚ, ਜਿਹਦੀ 60 ਲੱਖ ਰੁਪਈਆ ਸੀ, ਉਹੀ ਪੈਸਾ ਸੀ ਜਿਹੜਾ ਨਕਲੀ ਪੈਸਟੀਸਾਈਡ ਬਣਾਉਣ ਦੇ ਏਵਜ਼ ਦੇ ਵਿੱਚ ਤੋਤਾ ਸਿੰਘ ਜੀ ਕੋਲ ਜਾ
ਜਿੰਨਾ ਨੁਕਸਾਨ ਕੀਤਾ, ਜਿੰਨੇ ਘਰਾਂ ਦੇ ਵਿੱਚ ਚਿੱਟੇ ਰੰਗ ਦੇ 70 ਵਿਸ਼ੇ, ਸ਼ਾਇਦ ਮਤਲਬ ਜਦੋਂ ਅਸੀਂ ਗਏ ਸੀ, ਸੀਐਮ ਸਾਹਿਬ ਵੀ ਆਏ ਸੀ ਦਿੱਲੀ ਤੋਂ, ਅਸੀਂ ਗਏ ਸੀ ਉਹਨਾਂ ਪਿੰਡਾਂ ਦੇ ਵਿੱਚ, ਮਤਲਬ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਹਸਪੀਟਲ ਦੇ ਐਮਰਜੈਂਸੀ ਵਾਰਡ 'ਚ ਆ ਗਏ ਹੋਈਏ ਕਿ ਬਸ ਲੋਕ ਰੋ ਹੀ ਰਹੇ ਨੇ 70 ਵਿਸ਼ੇ। ਤੇ ਫਿਰ 30 ਕਰੋੜ ਦਾ ਉਹ ਨਕਲੀ ਘੁਟਾਲਾ। ਫਿਰ ਗੁਰਵਿੰਦਰ ਭਾਪੇ ਨੇ ਲਿਖ ਕੇ ਦਿੱਤਾ ਹੈ ਕਿ ਮੈਂ ਮਲੂਕਾ ਸਾਹਿਬ ਨੂੰ ਪੈਸੇ ਦਿੱਤੇ ਸੀ ਤੂੰ ਦੱਸ। ਫਿਰ ਜਿਹੜਾ ਇਰੀਗੇਸ਼ਨ ਵਾਲਾ ਘੁਟਾਲਾ ਸੀ, ਫਿਰ ਜਿਹੜਾ ਐਫਸੀਆਈ ਦਾ ਘੁਟਾਲਾ ਨਾਲ ਘੁਟਾਲਾ। ਤੁਸੀਂ ਕਿਹੜੇ ਮੂੰਹ ਨਾਲ ਵਿਰੋਧ ਕਰ ਰਹੇ ਹੋ ਜੀ, ਜਦ ਕਿ ਉਹ ਜਿਹੜਾ ਜਗਮੀਤ ਨੂੰ ਐਮਐਲਏ ਬਰਨਾਲਾ ਦਾ ਕਹਿੰਦਾ ਮੈਂ ਫੈਕਟਰੀ ਲਾਈ ਹੋਈ ਇਹਨਾਂ ਦੇ ਰਾਜ, ਕਿਵੇਂ ਇਹ ਵਿਰੋਧ ਕਰ ਸਕਦੇ? ਕਿਹੜਾ ਇਹਨਾਂ ਨੂੰ ਮੌਲਿਕ ਅਧਿਕਾਰ ਰਹਿ ਜਾਂਦਾ ਹੈ ਵਿਰੋਧ ਕਰਨ ਦਾ? ਮੈਂ ਸੁਖਬੀਰ ਬਾਦਲ ਜੀ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਓਮ ਪ੍ਰਕਾਸ਼ ਜੀ ਨੂੰ ਤੇ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ, ਉਹਨਾਂ ਨੂੰ, ਹਰਸਿਮਰਤ ਕੌਰ ਜੀ ਨੂੰ ਕਹਿਣਾ ਆਓ ਅਸੀਂ ਮੂਹਰੇ ਲੱਗਦੇ ਹਾਂ, ਚਲੋ ਆਪਾਂ ਸੈਂਟਰ ਕੋਲ ਜਾ ਕੇ ਗੱਲ ਕਰੀਏ, ਬਿਜਲੀ ਦੇ ਜਿਹੜੇ ਤੁਸੀਂ ਬਿੱਲ ਆ ਰਹੇ ਹੋ ਉੱਥੇ ਤਾਂ ਗੱਲ ਨਹੀਂ ਕਰਨੀ, ਉੱਥੇ ਤਾਂ ਹਾਂ ਭਰਨੀ। ਇਹ ਹੁਣ ਨਹੀਂ ਚੱਲਣਾ ਪਹਿਲਾਂ ਵਾਲਾ ਕੰਮ ਵੀ ਬਾਦਲ ਸਾਹਿਬ ਸੰਗਰੂਰ ਕੁਝ ਹੋਰ ਕਹਿ ਜਾਂਦੇ ਸੀ, ਉਸੇ ਦਿਨ ਸ਼ਾਮ ਨੂੰ ਬਰਨਾਲੇ ਕੁਝ ਹੋਰ ਕਹਿ ਜਾਂਦੇ ਸੀ, ਉਸੇ ਦਿਨ ਅੱਗੇ ਮਲੋਟ ਜਾ ਕੇ ਕੁਝ ਹੋਰ ਕਹਿ ਜਾਂਦੇ ਸੀ। ਇਹ ਇੱਦਾਂ ਹੀ ਨਾ ਪਹਿਲਾਂ ਉੱਥੇ ਕੀਤਾ ਐਨਆਰਸੀ ਤੇ, ਉੱਥੇ ਹੱਕ 'ਚ ਵੋਟਾਂ ਪਾਈਆਂ, ਇੱਥੇ ਆ ਕੇ ਵਿਰੋਧ ਕਰਨ ਲੱਗ ਗਏ। ਸੋ ਇਸ ਕਰਕੇ ਇਹ ਜਿਹੜੇ ਲੋਕਾਂ ਨੂੰ ਗਹਿਣੇ ਰੱਖਣ ਦਾ ਜਿਹੜਾ ਇਹਨਾਂ ਦਾ ਪ੍ਰੋਜੈਕਟ ਹੈ, ਇਹ ਦੋਨਾਂ ਦਾ ਰਲਮਾ ਮਿਲਮਾ ਹੈ। ਮੈਂ ਕਾਂਗਰਸ ਸਰਕਾਰ ਤੋਂ ਪੁੱਛਣਾ ਚਾਹੁੰਦਾ, ਕੈਪਟਨ ਸਾਹਿਬ 3.5 ਸਾਲ ਹੋ ਗਏ, ਬੜੇ ਵੱਡੇ ਵਾਅਦੇ ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ ਵੱਡੇ ਵਾਅਦੇ ਤੇ ਨਾਅਰੇ ਲਾ ਕੇ ਕਾਫੀ ਵਿੱਚ ਕੈਪਟਨ ਇਹ ਉਹ ਕਰਕੇ ਆਏ ਸੀ। 3.5 ਸਾਲਾਂ 'ਚ ਮੈਨੂੰ ਇਹ ਦੱਸ ਦਿਓ, ਤੁਸੀਂ ਪੰਜਾਬ ਦੇ ਖਜ਼ਾਨੇ 'ਚ ਪੈਸੇ ਲਿਆਉਣ ਵਾਲੀ ਕੋਈ ਫੈਕਟਰੀ ਜਾਂ ਕੋਈ ਪ੍ਰੋਜੈਕਟ ਐਸਾ ਲਾਇਆ ਜਿਹਦੇ ਨਾਲ ਪੰਜਾਬ ਨੂੰ ਫਾਇਦਾ ਹੋਇਆ? ਅਕਾਲੀ ਦਲ ਨੇ ਪ੍ਰੋਗਰੈਸਿਵ ਪੰਜਾਬ ਕੀਤਾ ਸੀਗਾ, ਉਹ ਏਅਰਪੋਰਟ ਰੋਡ ਤੇ ਬੁਲਾਏ ਸੀ ਵੱਡੇ ਜਿਹੜੇ ਇੰਡਸਟਰੀਲਿਸਟ, ਉਹਦਾ ਇੱਕੋ ਹੀ ਫਾਇਦਾ ਹੋਇਆ ਪੰਜਾਬ ਨੂੰ ਕਿ ਦੁਬਈ ਤੋਂ ਜਿਹੜੀਆਂ ਖਜੂਰਾਂ ਆਈਆਂ ਸੀ ਉਹ ਬਾਦਲ ਪਿੰਡ 'ਚ ਪਹੁੰਚ ਗਈਆਂ ਤੇ ਚੱਲ ਵੀ ਪਈਆਂ, ਉਹ ਜਾ ਕੇ ਦੇਖ ਸਕਦੇ। ਤੇ ਜਿਹੜਾ 2018 'ਚ ਇਹਨਾਂ ਨੇ ਕੀਤਾ ਸੀ, ਤਾਂ ਇੰਡਸਟਰੀਲਿਸਟ ਨੂੰ ਬੁਲਾ ਕੇ ਪਤਾ ਨਹੀਂ ਕੀ ਕਰਾਂਗੇ, ਉਹਦਾ ਇੱਕ ਫਾਇਦਾ ਹੋਇਆ ਕਿ ਉਹਦੀ ਜਿਹੜੀ ਅਸੈਸਰੀ ਹੈ ਉਹ ਸਿਸ਼ਮਾ ਪਹੁੰਚ ਗਈ ਜੀ, ਆਪਣਾ ਜਿਹੜਾ ਇਹਨਾਂ ਨੇ ਕਿਲਾ ਪਾਇਆ ਉੱਥੇ ਕੈਪਟਨ ਸਾਹਿਬ ਨੇ, ਕਿਆ ਹੀ ਫਾਇਦਾ ਹੋਇਆ, ਹੋਰ ਕੋਈ ਫਾਇਦਾ ਨਹੀਂ। ਸੋ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਗਿਆ, ਔਰ ਜਿੰਨੇ ਹੋਰ ਵੀ ਜਿਹੜੇ ਇੱਕ ਦੋ ਪੰਜਾਬ ਕੋਲੇ ਬਚਦੇ ਸੀ ਥੋੜ੍ਹੇ ਬਹੁਤ, ਜਿਹੜਾ ਸਹਿਕਦਾ ਸੀ ਪੰਜਾਬ, ਉਹ ਸਾਹ ਜਿਹੜੇ ਨੇ ਉਹ ਵੀ ਕੈਪਟਨ ਸਰਕਾਰ ਜਿਹੜੀ ਹੈ ਉਹ ਚੁੱਕਣ 'ਤੇ ਲੱਗੀ ਹੋਈ ਹੈ। ਹੁਣ ਆ ਜਾਂਦੇ ਜੀ, ਜਿਹੜਾ ਮਾਫੀ ਦੀ ਹੈਟ੍ਰਿਕ ਲੱਗੀ ਹੈ ਚੀਫ ਸੈਕਟਰੀ ਵੱਲੋਂ, 3 ਵਾਰੀ ਕਹਿੰਦੇ ਮਾਫੀ ਮੰਗੀ ਗਈ ਹੈ। ਮੈਂ ਵਿੱਤ ਮੰਤਰੀ ਸਾਹਿਬ ਨੂੰ, ਰਾਜਾ ਵੜਿੰਗ ਜੀ ਨੂੰ, ਚੰਨੀ ਸਾਹਿਬ ਨੂੰ, ਜਿੰਦਰ ਰੰਧਾਵਾ ਜੀ ਨੂੰ, ਸੰਗਤ ਸਿੰਘ ਗਿਲਚੀਆ ਜੀ ਨੂੰ, ਰਾਜਕੁਮਾਰ ਵੇਰਕਾ ਜੀ ਨੂੰ, ਪ੍ਰਗਟ ਸਿੰਘ ਉਹਨਾਂ ਨੂੰ ਸਾਨੂੰ ਪੁੱਛਣਾ ਚਾਹੁੰਦਾ ਵੀ ਉਹ 3 ਮਾਫੀਆਂ ਨਾਲ ਪੰਜਾਬ ਦੇ ਖਜ਼ਾਨੇ 'ਚ ਕਿੰਨੇ ਪੈਸੇ ਆ ਗਏ ਐਕਸਾਈਜ਼ ਦੇ? ਗੱਲ ਤਾਂ ਸ਼ੁਰੂ ਹੋਈ ਸੀ ਘੁਟਾਲੇ ਤੋਂ, ਐਕਸਾਈਜ਼ ਦੇ ਘੁਟਾਲੇ ਖਤਮ ਕਰਤੀ, ਮਾਫੀ ਤੇ ਮਾਫੀ ਮੰਗ ਲਈ, ਮਾਮਲਾ ਹੋ ਗਿਆ। ਫਿਰ ਕਿਉਂ ਨਾ ਲੋਕ ਇਹ ਕਹਿਣ ਕਿ ਇਹ ਰਲੇ ਹੋਏ ਨੇ ਕਿ ਇਹਨਾਂ ਨੇ ਜਿਹੜੀਆਂ ਆਪ ਦੇ ਆਪਦੇ ਹਿੱਸੇ ਵੰਡਦੇ ਹੋਣਗੇ। ਮੇਰੇ ਕੋਲੇ ਰਾਜਾ ਵੜਿੰਗ ਦੇ ਟਵੀਟ ਪਏ ਨੇ, ਸਕਰੀਨਸ਼ਾਟ ਲੈ ਲਈ ਸੀ ਮੈਂ, ਕਿਉਂਕਿ ਮੈਨੂੰ ਪਤਾ ਸੀ ਬਾਅਦ 'ਚ ਡਿਲੀਟ ਕਰਨਗੇ, ਸੋ ਉਹ ਕਰ ਵੀ ਦਿੱਤੇ ਗਏ ਨੇ। ਕੀ ਰਾਜਾ ਵੜਿੰਗ ਹੁਣ ਜਵਾਬ ਦੇਣਗੇ ਕਿ ਉਹਨਾਂ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਪੜ੍ਹੇ ਹੋਣਗੇ, ਤੁਸੀਂ ਚਲਾਏ ਨਹੀਂ ਸੀ, ਮੀਡੀਆ ਨੇ ਚਲਾਏ ਨਹੀਂ ਸੀਗੇ, ਜਿਨ੍ਹਾਂ ਦੇ ਵਿੱਚੋਂ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦੇਣਾ ਕੁਛ, ਤਾਂ ਉਹਦੇ 'ਚ ਇਹ ਆ ਗਿਆ ਪਹਿਲੇ ਨੰਬਰ ਤੇ, will the Punjab Chief Secretary Mr. Karan Avtar Singh deny that his only son Mr. Harman Singh has had till very recently Benami interest in the lease of the Hamira district in Kapurthala district belongs to Jagjit Industry? फिर अगला ट्वीट सीगा, will the Punjab Chief Secretary Mr. Karan Avtar Singh deny that he does not know Mr. Arvind Singla, a Chandigarh-based liquor businessman, and one Mr. Chandan, a Jalandhar-based businessman, who are 2 of the partners of the firm that has taken over the Hamira district? ਇਹ ਰਾਜਾ ਵੜਿੰਗ ਜੀ ਦੇ ਜਿਹੜੇ ਤਰੀਕ ਦੇ 5 ਨੇ। ਕੀ ਇਹਨਾਂ ਦਾ ਜਵਾਬ ਮਿਲ ਗਿਆ ਜੀ ਆਪਣਾ ਰਾਜਾ ਵੜਿੰਗ ਜੀ ਨੂੰ, ਚੀਫ ਸੈਕਟਰੀ ਨੂੰ? ਉਹ
ਇਹ ਕਲੀਅਰ ਕਰਨ ਕਿ ਇਹਨਾਂ ਨੇ ਜਿਹੜੇ ਟਵਿੱਟਰੀ ਹੋ ਜਾਂਦੇ ਬਾਅਦ 'ਚ ਉਹਨਾਂ ਨੂੰ ਡਿਲੀਟ ਕਰ ਦਿੰਦੇ ਆ, ਉਹਦਾ ਉਹਨੂੰ ਪੰਜਾਬ ਨੂੰ ਕੀ ਫਾਇਦਾ ਹੋਇਆ? ਜਾਂ ਇਹਨਾਂ ਸਵਾਲਾਂ ਦੇ ਜਵਾਬ ਮਿਲ ਗਏ, ਜੇ ਇਹਨਾਂ ਜਵਾਬ ਮਿਲ ਗਏ ਤਾਂ ਫਿਰ ਮਾਫੀ ਮੰਗਣਗੇ ਰਾਜਾ ਵੜਿੰਗ ਜੀ ਕਿ ਮੈਂ ਗਲਤ ਇਲਜ਼ਾਮ ਲਾਤੇ ਸੀ, ਕਿਉਂਕਿ ਉਹ ਕਹਿੰਦੇ ਜੀ ਤਾਂ ਲਿਖ ਕੇ ਦੇਤਾ ਉਹਨਾਂ ਨੇ, ਤਾਂ ਚੀਫ ਸੈਕਟਰੀ ਨੂੰ ਤੱਕ ਮੇਰੇ ਮੁੰਡੇ ਦਾ ਕੋਈ ਬਿਜ਼ਨਸ ਨਹੀਂ ਹੈ। ਤਾਂ ਫਿਰ ਇਹ ਸਾਰੇ ਟਵੀਟਾਂ ਨੂੰ ਰੀਟਵੀਟ ਮਾਰਿਆ ਰਾਜਪਾਲ ਵੇਰਕਾ ਨੇ, ਸੰਗਤ ਸਿੰਘ ਗਿਲਚੀਆ ਨੇ, ਸੁਰਿੰਦਰ ਰੰਧਾਵਾ ਨੇ, ਠੀਕ ਹੈ ਜੀ, ਸਾਰਿਆਂ ਨੇ 11 ਦੇ ਲਗਭਗ MLA ਨੇ ਵਿੱਚ ਮਿਨਿਸਟਰ ਪਾ ਕੇ ਵੀ। ਇਹ ਚੰਨੀ ਸਾਹਿਬ ਦੱਸਦੇ ਨੇ ਵੀ ਜਿਹੜੀ ਉਹਨਾਂ ਨੂੰ ਧਮਕੀ ਮਿਲੀ ਸੀ ਫਿਰ ਉਹਦਾ ਕੀ ਬਣਿਆ ਹੁਣ, ਵੀ ਉਹ ਠੀਕ ਹੋ ਗਿਆ ਸਾਰਾ ਕੁਝ। ਚੈਨਲਾਂ ਤਾਂ ਬੜਾ ਬਹਿ ਗਏ ਸੀਗੇ, ਅਸੀਂ ਵੀ ਪਰਸਨਲ ਅਸੀਂ ਵੀ ਸਪੋਰਟ ਕੀਤੀ ਸੀ, ਪਰ ਉਹਦਾ ਹੱਲ ਤਾਂ ਦੱਸ ਦੇਣਾ, ਹੁਣ ਹੱਲ ਹੋ ਗਿਆ ਜੀ। ਉਹ ਸਭ ਇਹ ਇੱਕ ਦੂਜੇ ਆਖਰੀ ਸਾਲ ਇਹਨਾਂ ਦਾ, ਇਹ ਕਹਿੰਦੇ ਵੀ ਚਲੋ ਜਾਂਦੇ ਜਾਂਦੇ ਕੁਛ ਨਾ ਕੁਛ ਲੈ ਹਿੱਸਾ ਮਿਲ ਜੇ ਥੋੜ੍ਹਾ ਬਹੁਤ। ਤੇ ਕੈਪਟਨ ਸਾਹਿਬ ਨੇ ਸ਼ਰੇਆਮ ਕਲੀਨ ਚਿੱਟ ਦੇ ਕੇ ਕਰਮਤਾਰ ਸਿੰਘ ਨੂੰ ਇਹਨਾਂ ਨੂੰ ਦੱਸਤਾ ਸੀ ਕਿ ਮੈਂ ਕਿਸੇ ਦੀ ਨਹੀਂ ਮੰਨਦਾ, ਔਰ ਸੱਚਾਈ ਦੇ ਨਾਲ ਨੇ। ਪਰ ਹੁਣ ਤਾਂ ਕਰਮਤਾਰ ਸਿੰਘ ਨੂੰ ਮੇਰੇ ਪਾਤਰ ਸੋਰਸ ਜਿਹੜਾ ਬੋਰਡ ਹੈ ਉਹਦਾ ਚੇਅਰਮੈਨ ਲਾਉਣ ਦੀਆਂ ਤਿਆਰੀਆਂ ਨੇ, ਦਫ਼ਤਰ ਤੋਂ ਦੇਖ ਲਿਆ ਗਿਆ। ਇਹ ਆਮ ਲੋਕ, ਆਮ ਮੁਲਾਜ਼ਮ ਰਿਟਾਇਰ ਹੁੰਦੇ ਨੇ, ਇਹ ਰਿਟਾਇਰਮੈਂਟ ਤੋਂ ਕਹਾਣਾ ਵੀ ਦੇਖ ਲੈਂਦੇ, ਠੀਕ ਹੈ ਨਾ। ਤੋ ਇਹਨਾਂ ਦੀ ਰਿਟਾਇਰਮੈਂਟ ਹੈ ਨਹੀਂ, ਕਿਉਂਕਿ ਬਾਕੀ ਇੱਕ ਜਿਹੜਾ ਇਹਨਾਂ ਨੇ ਇਸੇ ਕੈਬਨਿਟ ਦੇ ਵਿੱਚ ਕੀਤਾ ਮੈਡੀਕਲ ਕਾਲਜਾਂ ਦੀ ਫੀਸ ਵਧਾ 77%। ਦਿੱਲੀ ਦੀ ਮੇਰੇ ਕੋਲੇ ਡਾਟਾ ਜੀ 20,000 ਤੋਂ 25,000 ਦੇ ਵਿੱਚ 5 ਸਾਲਾਂ ਦੀ ਫੀਸ ਹੈ ਜੀ ਸਰਕਾਰੀ ਮੈਡੀਕਲ ਕਾਲਜ ਦੀ MBBS ਕਰ 2083 ਸਮਥਿੰਗ ਸਾਲ ਹੈ। ਇੱਥੇ ਪਹਿਲਾਂ 4,40,000 ਸੀ ਸਰਕਾਰੀ ਕਾਲਜਾਂ ਦਾ ਜੀ, 77% ਵਧਾ ਕੇ ਉਹਨੂੰ 7,80,000 ਰੁਪਏ ਦਾ ਮਤਲਬ 5 ਸਾਲ। ਤੇ ਜਿਹੜੇ ਪ੍ਰਾਈਵੇਟ ਕਾਲਜ ਨੇ ਉਹ 'ਚ 2 ਕੋਟੇ ਹੁੰਦੇ ਨੇ, ਇੱਕ ਸਰਕਾਰੀ ਕੋਟਾ ਹੁੰਦਾ, ਇੱਕ ਮੈਨੇਜਮੈਂਟ ਕੋਟਾ। ਸਰਕਾਰੀ ਕੋਟੇ ਦੀ ਫੀਸ ਪਹਿਲਾਂ 13.5 ਲੱਖ ਸੀ, ਉਹਨੂੰ 18 ਲੱਖ ਕਰ ਦਿੱਤਾ, 18,10,000। ਤੇ ਜਿਹੜੀ ਮੈਨੇਜਮੈਂਟ ਕੋਟੇ ਦੀ ਫੀਸ ਸੀ ਉਹ 40 ਲੱਖ ਸੀ, ਉਹਨੂੰ ਵਧਾ ਕੇ 47 ਲੱਖ। ਮਤਲਬ ਗਰੀਬ ਤਾਂ ਛੱਡੋ ਜੀ, ਹੁਣ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਵਾਲਾ ਬੰਦਾ ਵੀ ਆਪਣੇ ਬੇਟੇ ਨੂੰ, ਆਪਣੀ ਬੇਟੀ ਨੂੰ, ਆਪਣੇ ਧੀਆਂ ਪੁੱਤਾਂ ਨੂੰ ਡਾਕਟਰ ਬਣਾਉਣ ਵਾਸਤੇ, ਇਹ ਵੀ ਮਤਲਬ ਅਮੀਰਾਂ ਦੇ ਹਿੱਸੇ ਆ ਗਿਆ ਕਿ ਇੰਨੀਆਂ ਨਾਲ ਕੋਈ ਡੋਨੇਸ਼ਨਾਂ ਵੀ ਹੋਣਗੀਆਂ, ਹੋਰ ਤਾਂ ਫੀਸਾਂ ਨਿਕਲੀਆਂ, ਮਨਪਸੰਦ ਦੇ ਕਾਲਜ ਲੈਣ ਵਾਸਤੇ ਹੋਰ ਵੀ ਹਿਡਨ ਜਿਹੜੇ ਚਾਰਜਸ ਹੋਣਗੇ। ਇਹਦਾ ਵੀ ਸਖਤ ਵਿਰੋਧ ਕਰਦੇ ਆ ਜੀ। ਇੱਕ ਪਾਸੇ ਤਾਂ ਕਹਿੰਦੇ ਆ ਕਿ ਦਿੱਲੀ ਜਿਹੜੀ ਹੈ ਉਹ ਕਹਿੰਦੇ ਮੁਫਤ ਖੋਰੀ ਦੀ ਆਦਤ ਪਾ ਰਹੀ ਹੈ, ਕਿਉਂਕਿ ਦਿੱਲੀ ਦੀ ਤਾਂ ਕੋਈ ਕਰਜ਼ਾ ਵੀ ਨਹੀਂ ਲਿਆ ਸਰਕਾਰ ਨੇ। ਬਿਜਲੀ ਉੱਥੇ ਜਿਹੜੀ ਸਾਰੇ ਮੁਲਕ ਨਾਲੋਂ ਸਸਤੀ ਹੈ, ਪਾਣੀ ਉੱਥੇ 20,000 ਲੀਟਰ ਫ੍ਰੀ ਹੈ, ਠੀਕ ਹੈ ਜੀ, ਉੱਥੇ ਦਵਾਈਆਂ ਉੱਥੇ ਫ੍ਰੀ ਨੇ, ਮੈਡੀਕਲ ਫ੍ਰੀ ਹੈ ਸਾਰਾ। ਜੇ ਉਹ ਦਿੱਲੀ ਕਰ ਸਕਦੇ ਆ ਤਾਂ ਸਾਡੇ ਕੋਲ ਤਾਂ ਬਹੁਤ ਜ਼ਿਆਦਾ ਰਿਸੋਰਸਿਸ ਨੇ। ਦੇਖੋ 4-5 ਰੈਵਨਿਊ ਦੇ ਜਿਹੜੇ ਸੋਰਸਿਸ ਹੁੰਦੇ ਆ ਸਟੇਟ ਕੋਲੇ, ਆਪਣੇ ਪੰਜਾਬ ਕੋਲੇ ਐਕਸਾਈਜ਼ ਹੈ, ਮਾਈਨਿੰਗ ਹੈ, ਰੇਤਾ, ਟਰਾਂਸਪੋਰਟ ਹੈ, ਕੇਬਲ ਹੈ ਤੇ ਮਾਲੀਆ। ਇਹ 5 ਦੇ 5 ਮਾਫੀਆ ਕੋਲੇ, ਮਾਈਨਿੰਗ ਮਾਫੀਆ ਹੈ, ਟਰਾਂਸਪੋਰਟ ਮਾਫੀਆ ਹੈ, ਕੇਬਲ ਮਾਫੀਆ ਹੈ, ਐਕਸਾਈਜ਼ ਦਾ ਮਾਫੀਆ ਸਾਹਮਣੇ ਆ ਗਿਆ ਸਾਰਿਆਂ ਦੇ, ਤੇ ਆ ਤਹਿਸੀਲਾਂ ਵਾਲਾ ਜਿਹੜਾ ਰੈਵਨਿਊ ਡਿਪਾਰਟਮੈਂਟ। ਸੋ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਜੀ ਨੈਤਿਕ ਤੌਰ ਤੇ ਇਹ ਜਵਾਬ ਦੇਣ ਕਿ ਜਿਹੜਾ ਇਹ ਕਰਨ ਲੱਗੇ ਨੇ ਹੁਣ, ਜਿਹੜਾ ਇਨਡਾਇਰੈਕਟਲੀ ਜਿਹੜਾ ਬਾਂਹ ਮਰੋੜਨ ਲੱਗੇ ਨੇ ਬਿਜਲੀ ਦੇ ਬਿੱਲ ਲਾ ਕੇ ਖੇਤਾਂ ਬਾਰੇ, ਉਹਦਾ ਕੀ ਜਵਾਬ ਦੇਣਗੇ ਇਹ, ਤੇ ਕਿੱਥੋਂ ਇਹਨਾਂ ਨੂੰ ਆਈਡੀਆ ਆਇਆ, ਕਿਹਨੇ ਇਹਨਾਂ ਨੂੰ ਕਿਹਾ ਸੀਗਾ, ਕਿਹੜੇ ਮੈਨੀਫੈਸਟੋ ਜਿਨ੍ਹਾਂ ਨੇ ਲਿਖਿਆ ਸੀ। ਇਹਨਾਂ ਨੇ ਤਾਂ ਲਿਖਿਆ ਸੀਗਾ ਪੰਜਾਬ ਨੂੰ ਅਸੀਂ ਦੁਬਾਰਾ ਲੀਹ ਤੇ ਲੈ ਕੇ ਆਉਣੇ, ਪਰ ਇਹ ਸਾਰੀਆਂ ਸੌਹਾਂ ਕੱਟ ਕੇ ਇਹਨਾਂ ਨੇ ਹਾਂਜੀ ਕਰਜ਼ੇ ਮਾਫੀ ਦੀਆਂ ਗੱਲਾਂ ਕਰਦੇ ਸੀ, ਪਰ ਕਰਜ਼ਾ ਚੜਾਉਣ ਦੀ ਅੱਛਾ ਜਿਹੜਾ ਇਹ ਸ਼ਰਤ ਮੰਨ ਰਹੇ ਨੇ, ਕੋਈ ਉਹਦੇ ਬਦਲੇ ਆਪਾਂ ਨੂੰ ਕੋਈ ਪ੍ਰੋਜੈਕਟ ਨਹੀਂ ਮਿਲ ਰਿਹਾ, ਉਹਦੇ ਬਦਲੇ 30,000 ਕਰੋੜ ਦਾ ਆਣ ਲਵਾਂਗੇ, ਹੋਰ 1,96,000 ਕਰੋੜ ਖਰਚੀ ਸੀ 1,96,000 2.5 ਲੱਖ ਤੇ ਆ ਗਈ, 53,000 ਕਰੋੜ ਇਹਨਾਂ ਨੇ ਵਧਾਤਾ। 2022 ਤੱਕ ਇਹ 3 ਲੱਖ ਤੋਂ ਉੱਪਰ ਪਹੁੰਚ ਗਈ, 3.5 ਲੱਖ। ਉਹ ਸਟੇਟ ਜਿਹੜੀ 3.5 ਲੱਖ ਦੇ ਡੈਟ 'ਚ ਆ ਗਈ, ਉਹ ਕਿੱਥੋਂ ਰਿਕਵਰ ਕਰ ਲਊਗੀ, ਕਿਹੜਾ ਰੰਗਲਾ ਪੰਜਾਬ, ਠੀਕ ਹੈ ਜੀ। ਨਾ ਇਹਨਾਂ ਦੇ ਕਹੇ ਤੇ ਕੋਈ NRIਆਂ ਨੇ ਕੋਈ ਪ੍ਰੋਜੈਕਟ ਲਾਇਆ, ਕਿਉਂਕਿ ਉੱਥੇ ਖਾ ਜਾਂਦੇ ਪੈਸੇ, ਹਿੱਸਾ ਮੰਗਦੇ ਹਰ ਚੀਜ਼ ਤੋਂ। ਜਾਂ ਕੋਈ ਨਵਾਂ ਕਾਲਜ ਬਣਾਇਆ ਹੋਵੇ ਪੰਜਾਬ ਸਰਕਾਰ ਨੇ, ਨਵਾਂ ਸਕੂਲ ਬਣਾਇਆ ਹੋਵੇ, ਯੂਨੀਵਰਸਿਟੀ ਬਣਾਈ ਹੋਵੇ, ਕੋਈ ਨਵਾਂ ਹਸਪੀਟਲ ਬਣਾਇਆ ਹੋਵੇ, ਪੁੱਛਤਾ ਕੀਤਾ ਹੋਵੇ 3.5 ਸਾਲ 'ਚ, ਸਿਰਫ ਇਹ ਕਹਿਣ ਤੋਂ ਬਿਨਾਂ ਕਿ ਖਜ਼ਾਨਾ ਖਾਲੀ। ਪਹਿਲਾਂ ਵਾਲੇ ਸਾਨੂੰ ਖਜ਼ਾਨਾ ਖਾਲੀ ਛੱਡ ਕੇ ਗਏ ਸੀ,
ਜੇ ਖਜ਼ਾਨਾ ਖਾਲੀ ਛੱਡ ਕੇ ਗਏ ਸੀ ਤਾਂ ਫਿਰ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਬਾਦਲ ਸੀ, ਜਿਹੜੇ ਕਿ ਪਹਿਲਾਂ ਵੀ ਖਜ਼ਾਨਾ ਮੰਤਰੀ ਰਹੇ ਨੇ, ਠੀਕ ਹੈ ਜੀ। ਤਾਂ ਉਹਨਾਂ ਨੇ ਫਿਰ ਏਡੇ ਵਾਅਦੇ ਕਿਉਂ ਕੀਤੇ? ਕੈਪਟਨ ਅਮਰਿੰਦਰ ਸਿੰਘ ਵੀ ਪਹਿਲਾਂ ਮੁੱਖ ਮੰਤਰੀ ਰਹੇ ਸੀ, ਉਹਨਾਂ ਨੇ ਫਿਰ ਇੰਨੇ ਵੱਡੇ ਵਾਅਦੇ ਲੋਕਾਂ ਨਾਲ ਕਿਉਂ ਕੀਤੇ? ਇਹਦਾ ਮਤਲਬ ਲੋਕਾਂ ਨੂੰ ਝੂਠ ਬੋਲਿਆ ਉਹਨਾਂ ਨੇ। ਤੇ ਹੁਣ ਫੇਰ ਕਹਿੰਦੇ ਵੀ ਅਸੀਂ ਉਹਨਾਂ ਦੀਆਂ ਸੇਵਾਵਾਂ ਫੇਰ ਲਵਾਂਗੇ ਜਿਨ੍ਹਾਂ ਨੇ ਪਹਿਲਾਂ ਸਾਨੂੰ ਇਹੋ ਜਿਹੇ ਨਾਅਰੇ ਦਿੱਤੇ ਸੀ, ਚਾਹੁੰਦਾ ਹੈ ਪੰਜਾਬ ਬਹੁਤ ਹੈ ਜੀ। ਸੋ ਇਸ ਕਰਕੇ ਬਜਾਏ ਇਸਦੇ ਕਿ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਲਿਆਂਦਾ ਜਾਵੇ, ਪੂਰੀ ਦੁਨੀਆ 'ਚ ਪੰਜਾਬੀ ਨੇ ਬਹੁਤ ਵੱਡੇ ਬਿਜ਼ਨਸ ਪੰਜਾਬੀਆਂ ਕੋਲ ਨੇ ਪੂਰੀ ਦੁਨੀਆ 'ਚ। ਉਹ ਆਪਣੇ ਪੇਕੇ ਸਟੇਟ ਵਾਸਤੇ, ਉਹ ਆਪਣੀ ਜਿਹੜੀ ਮਾਤਰ ਭੂਮੀ ਵਾਸਤੇ, ਮਾਂ ਬੋਲੀ ਜਾਂ ਮਿੱਟੀ ਵਾਸਤੇ ਬਹੁਤ ਕੁਝ ਕਰਨ ਨੂੰ ਤਿਆਰ ਨੇ, ਔਰ ਮਤਲਬ ਘਾਟੇ ਖਾਣ ਨੂੰ ਵੀ ਤਿਆਰ ਨੇ ਵੀ ਚਲੋ ਪੰਜਾਬ ਦੇ ਲੋਕਾਂ ਨੂੰ ਕੋਈ ਕੰਮ ਮਿਲ ਜੇ। ਪੰਜਾਬ ਦੇ ਲੋਕ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਨੂੰ ਜਾਂ ਸਾਡੇ ਧੀਆਂ ਪੁੱਤ ਜਿਹੜੇ ਨੇ ਉਹ ਆਈਲੈਟਸ ਵਗੈਰਾ ਕਰਕੇ ਭੱਜਣ ਲੱਗੇ, ਇਸ ਤਰ੍ਹਾਂ ਆਈਲੈਟਸ ਨੂੰ ਵੀ ਠੀਕ ਸਮਝਣ ਲੱਗੇ। 5.5 ਬੈਂਡ 6 ਬੈਂਡ 7 ਬੈਂਡ ਲੈ ਕੇ ਜਾਂਦੇ ਆ। ਅਤੇ ਨਾਲ ਹਰੇਕ ਮਾਪੇ ਇਹ ਵੀ ਕਹਿੰਦੇ ਨੇ ਜਿਸ ਦਿਨ ਵੀਜ਼ਾ ਆ ਜਾਂਦਾ ਕੈਨੇਡਾ ਦਾ, ਆਸਟ੍ਰੇਲੀਆ ਦਾ, ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਕੇ ਆਉਂਦੇ, ਚਲੋ ਸ਼ੁਕਰ ਹੈ ਮੁੰਡੇ ਦੀ ਜ਼ਿੰਦਗੀ ਬਣ ਗਈ। ਇਕੱਲੇ ਵੀਜ਼ੇ ਨੂੰ, ਜਦ ਕਿ ਵੀਜ਼ਾ ਇਜ਼ ਐਂਟਰੀ ਓਨਲੀ, ਉਸ ਕੰਟਰੀ 'ਚ ਐਂਟਰੀ ਨੂੰ ਹੀ ਅਸੀਂ ਸਕਸੈਸ ਮੰਨਦੇ ਹਾਂ। ਇੱਥੋਂ ਇਹ ਪਤਾ ਲੱਗ ਜਾਂਦਾ। ਮੇਰੇ ਕੋਲ ਮੈਂ ਦਿੱਲੀ ਜਾਣਾ ਹੈ ਅੱਜ, ਅਤੇ ਕੱਲ੍ਹ ਨੂੰ ਮੈਂ ਮਿਲਣਾ ਮਿਨਿਸਟਰ, ਜਿਹੜੇ ਫੋਰਨ ਮਿਨਿਸਟਰ ਨੇ। ਮਤਲਬ ਡੈੱਡ ਬੋਡੀਆਂ ਦੇ ਕੇਸ ਇੰਨੇ ਪਏ ਨੇ ਕਿਉਂਕਿ ਹੁਣ ਬੰਦ ਹੋ ਗਈ ਟਰਾਂਸਪੋਰਟੇਸ਼ਨ ਇੰਟਰਨੈਸ਼ਨਲ। ਸਾਡੇ ਧੀਆਂ ਪੁੱਤ ਸਾਊਦੀ ਅਰਬ 'ਚ, ਮਲੇਸ਼ੀਆ 'ਚ ਕਿਤੇ ਉਹਦੀਆਂ ਡੈੱਡ ਬੋਡੀਜ਼ ਪਈਆਂ, ਉਹਦੀ ਮਿੱਟੀ ਹੋ ਰਹੀ ਹੈ। ਤਾਂ ਪੰਜਾਬ ਸਰਕਾਰ ਦੀ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਮਿੱਟੀ ਪੱਟਣ 'ਤੇ ਲੱਗੇ ਹੋਏ ਨੇ। ਸੋ ਸਾਰੇ ਮਾਫੀਆ ਜਿਹੜੇ ਨੇ ਸੇਮ ਚੱਲ ਰਹੇ ਨੇ, ਸਿਰਫ ਇਨਚਾਰਜ ਬਦਲੇ ਨੇ।